ਵਾਹਿਗੁਰੂ 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 ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਜਨ ਆਵਨ ਕਾ ਇਹ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਮੇਰੇ ਰਾਮ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੈ ਚਰਨ ਤੋੜ ਮੁਖ ਲਾਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਰ ਜਨ ਕੈ ਹਾਂ ਬਲ ਜਾਈ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜਿਨ ਕਰ ਤਨ ਹਰ ਨਾਮਾ ਠੜੇ ਹਰ ਸੰਤ ਤੁਮਾਰੇ
ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ, ਹਰ ਸਿਉ ਲੈਨ ਮਿਲਾਏ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋਂ ਬਲ ਜਾਈ, ਹਰ ਜਨ ਕੈ ਹੋਂ ਬਲ ਜਾਈ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋਂ ਬਲ ਜਾਈ। ਸੱਚਾ ਅਮਰ ਸੱਚੀ ਵਡਿਆਈ, ਸੱਚੇ ਸੇਤੀ ਰਾਤੇ, ਸੱਚੇ ਸੇਤੀ ਰਾਤੇ। ਸੱਚਾ ਅਮਰ ਸੱਚੀ ਵਡਿਆਈ, ਸੱਚੇ ਸੇਤੀ ਰਾਤੇ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ, जिस कैसे तीन जाते। मेरे राम, मेरे राम, हर जन कै हों बल जाई, हर जन कै हों बल जाई। मेरे राम, मेरे राम, हर जन कै हों बल जाई। पक्खा फेरी पानी ढोवा, हर जन कै पीसण पीस कमावा, हर जन कै पीसण पीस कमावा। पक्खा फेरी पानी ढोवा, पक्खा फेरी पानी ढोवा, हर जन कै पीसण पीस कमावा,
ਹਰ ਜਨ ਕੇ ਪੀਸਣ ਪੀਸ ਕਮਾਵਾ, ਹਰ ਜਨ ਕੇ ਪੀਸਣ ਪੀਸ ਕਮਾਵਾ। ਪੱਖਾ ਫੇਰੀ ਪਾਣੀ ਠੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ, ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ, ਤੇਰੇ ਜਨ ਦੇਖਣ ਪਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ, ਤੇਰੇ ਜਨ ਦੇਖਣ ਪਾਵਾ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋ ਬਲ ਜਾਈ, ਹਰ ਜਨ ਕੈ ਹੋ ਬਲ ਜਾਈ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋ ਬਲ ਜਾਈ, ਹਰ ਜਨ ਕੈ ਹੋ ਬਲ ਜਾਈ। ਹਰ ਜਨ ਕੈ ਹੋ ਬਲ ਜਾਈ, 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 ਹਰ ਜਨ ਕੈ ਹੋ ਬਲ ਜਾਈ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋ ਬਲ ਜਾਈ। ਮੇਰੇ ਰਾਮ, ਮੇਰੇ ਰਾਮ, ਹਰ ਜਨ ਕੈ ਹੋ ਬਲ ਜਾਈ, ਹਰ ਜਨ ਕੈ ਹੋ ਬਲ ਜਾਈ, ਹਰ ਜਨ ਕੈ ਹੋ ਬਲ ਜਾਈ। ਵਾਹਿਗੁਰੂ। ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਜਾਗਤ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਗੁਰੂ ਚਰਨਾਂ ਵਿੱਚ ਨਕਮਸਤਕ ਹੋਈਏ, ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਜੇਬਾਂ ਤੋਂ ਧੰਨ ਧੰਨ ਲਫ਼ਜ਼ ਆਪਣੇ ਆਪ ਨਿਕਲ ਆਉਂਦਾ। ਸੁਭਾਵਿਕ ਹੀ ਉਹਨਾਂ ਮਹਾਂਪੁਰਸ਼ਾਂ ਦੇ ਲਈ, ਉਹਨਾਂ ਦੇ ਸਤਿਕਾਰ ਵਿੱਚ ਇਹ ਲਫ਼ਜ਼ ਆਪਣੇ ਆਪ ਮੂੰਹ ਤੋਂ ਨਿਕਲ ਆਵੇਗਾ, ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੇ ਆਦਰਸ਼ ਬਹੁਤ ਉੱਚੇ ਹੋਣਗੇ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਿਆਨ ਕੀਤਾ। ਉਹ ਕਹਿੰਦੇ ਨੇ, ਜਿਹੜੇ ਸੰਸਾਰ ਦੇ ਵਿੱਚ ਸੇਵਾ ਕਰਕੇ ਗਏ ਨਾ, ਉਹਨਾਂ ਨੇ ਉਹ ਕੁਝ ਕਮਾ ਲਿਆ ਜਿਹੜਾ ਇਨਸਾਨ ਪੂਰਾ ਜੀਵਨ ਲਾ ਦੇਵੇ, ਸੰਸਾਰ ਦੇ ਵਿੱਚ ਪੂਰਾ ਜੀਵਨ ਲਾ ਕੇ ਕਮਾਈ ਕਰੇ ਤਾਂ ਵੀ ਨਹੀਂ ਕਮਾ ਸਕਦਾ। ਜਿਹੜੇ ਸੇਵਾ ਕਰ ਗਏ, ਉਹ ਸੇਵਾ ਦੇ ਵਿੱਚੋਂ ਸਭ ਕੁਝ ਪ੍ਰਾਪਤ ਕਰ ਗਏ।
ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ। ਉਹ ਕਹਿੰਦੇ ਕੋਈ ਇਨਸਾਨ ਗੰਗਾ ਤੇ ਜਾ ਕੇ 5 ਵਾਰੀ ਇਸ਼ਨਾਨ ਕਰੇ, ਪ੍ਰਯਾਗ ਜਾ ਕੇ ਇਸ਼ਨਾਨ ਕਰੇ, ਤੇ ਜਿੰਨਾ ਇਸ ਚੀਜ਼ ਦਾ ਫਲ ਹੈ ਸਨਾਤਨ ਧਰਮ ਦੇ ਅਨੁਸਾਰ, ਜਿੰਨਾ ਇਸ ਚੀਜ਼ ਦਾ ਫਲ ਹੈ, ਜਿੰਨਾ ਇਸ਼ਨਾਨਾਂ ਦਾ ਫਲ ਹੈ, ਜੇਕਰ ਕੋਈ ਸਿੱਖ ਦਾ ਇਸ਼ਨਾਨ ਕਰਾ ਦੇਵੇ ਨਾ, ਇੱਕ ਸਿੱਖ ਦਾ ਇਸ਼ਨਾਨ ਕਰਾਇਆ, ਸੇਵਾ ਕੀਤਿਆਂ ਉਹ ਫਲ ਪ੍ਰਾਪਤ ਹੋ ਜਾਂਦਾ ਹੈ। ਦੂਸਰੀ ਗੱਲ ਕਹੀ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਨੇ ਜੇਕਰ ਕੋਈ 7 ਸੋਨੇ ਦੇ ਮੰਦਰ ਉਸਾਰ ਦੇਵੇ, ਸੋਨੇ ਦੇ ਮੰਦਰ ਉਸਾਰ ਦੇਵੇ, ਜਿਤਨਾ ਫਲ ਇਸ ਚੀਜ਼ ਦਾ ਲੱਗੇਗਾ, ਜੇਕਰ ਕੋਈ ਕਿਸੇ ਸਿੱਖ ਨੂੰ ਭੋਜਨ ਛਕਾ ਦੇਵੇ, ਇਤਨਾ ਫਲ ਲੱਗਦਾ। ਉਹ ਕਹਿੰਦੇ ਨੇ ਜੇਕਰ ਕਿਸੇ ਸਾਧੂ ਮਹਾਤਮਾ ਦੇ 20 ਵਾਰੀ ਦਰਸ਼ਨ ਕੀਤੇ ਜਾਣ, ਜਿਤਨਾ ਫਲ ਇਸ ਚੀਜ਼ ਦਾ ਮਿਲਦਾ, ਉਤਨਾ ਫਲ ਕਿਸੇ ਗੁਰਸਿੱਖ ਦੀ ਚਾਪ ਮੁੱਠੀ ਕੀਤਿਆਂ, ਉਹਦੀ ਸੇਵਾ ਕੀਤਿਆਂ, ਉਹਦੀ ਥਕਾਵਟ ਲਾਹਿਆਂ ਫਲ ਮਿਲ ਜਾਂਦਾ। ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ, ਧਿਆਨ ਨਾਲ ਸਰਵਣ ਕਰਨਾ। 5 ਬਾਰ ਗੰਗ ਜਾਏ, ਬਾਰ 5 ਪ੍ਰਾਗ ਨਹਾਏ, ਤੈਸਾ ਫਲ ਏਕ ਗੁਰ ਸਿੱਖ ਕੋ ਨਿਭਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰੇ ਖੁਰਕੇਤ। ਜਿਹੜਾ ਸਿੱਖ ਨੂੰ ਪਾਣੀ ਪਿਲਾ ਦੇਵੇ, ਜਿਹੜਾ ਸਿੱਖ ਦੀ ਸੇਵਾ ਕਰ ਦੇਵੇ, ਸਿੱਖ ਕੋ ਪਿਲਾਏ ਪਾਣੀ ਭਾਉ ਕਰੇ ਖੁਰਕੇਤ, ਤੇ ਇਹ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ। ਅਗਲੀ ਗੱਲ ਕਹੀ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਗੁਰਸਿੱਖ ਕੋ एक शब्द सिखाए का, जैसे 20 बार दर्शन साध किया काहू, तैसा फल गुरसिख को चाप पग सुआए का। इतना फल है, इतनी महानता है। भाई गुरदास जी ने दसी है सेवा की इतनी महानता है, सेवा करने का इतना फल है। विण सेवा त्रिग हथ पैर होरने फल करनी, संसार के सारे काम करी जाओ। हथ, इन हथां दे नाल इंसान काम काज करदा, हथ सफल नहीं होणगे। जितनी देर तक सेवा दे विच हथ नहीं लग जाते, सफल नहीं होणगे। सेवा का इतना महात्म है, किसी नूं ओहदी सेवा विच कुछ समां बतीत करन दा इतना महात्म है। धन गुरु नानक साहब पातशाह जी ने भाई मरदाना साहब जी ने गल कही सी। वो कहंदे सी केस नहीं कटाउणे ते आए गए दी मुट्ठी चापी करनी है, ओहदी सेवा विच रहना। सेवा का महात्म है। सिक्खी दे 2 ही स्तंभ ने, सिमरन ते सेवा। एक पासा अलग कर दो, खत्म हो जाएगा। सिख रहत मर्यादा विच लिखिया आया, कहते ने सेवा सिक्खी दा मुख निशाना है, सेवा ते सिमरन। गुरुद्वारियां विच सेवा केवल आदर्श मात्र सिखाई जाती है। ऐसे बोल ने सिख रहत मर्यादा दे। लंगर दी सेवा, जोड़ियां दी सेवा, झाड़ू दी सेवा गुरुद्वारे विच कीती जाती है, पर सेवा इत्थे तक सीमित ना रखियो। ये सेवा का एक नमूना है, सेवा का एक नमूना। सेवा का संकल्प इस तो बहुत अगे दा, जिहड़ा गुरमुखां दे जीवन विचों समझ आउंदा है भी गुरमुख अपना जीवन ला देंदे ने, सारा जीवन दूजियां दी भलाई वास्ते। वो जीवन असली जीवन है जिहड़ा दूजियां दी भलाई विच लग के बतीत होवे, नहीं तो जीवन असीं तुसीं सारे ही जीवदे आ, सफल नहीं किया जा सकता। सफल वही जीवन है जिहड़ा ਆਪਣੇ ਲਈ ਤੇ ਇਨਸਾਨ ਜਿਉਂਦਾ ਹੀ ਦੂਜਿਆਂ ਲਈ ਜਿਉ ਜਾਏ। ਉਹਨਾਂ ਮਹਾਨ ਪੁਰਸ਼ਾਂ ਦੇ ਵਿੱਚ ਬਾਬਾ ਨਿਧਾਨ ਸਿੰਘ ਜੀ ਦੀ ਗਿਣਤੀ ਆਉਂਦੀ ਹੈ। ਸੇਵਾ ਦੇ ਜੇਕਰ ਨਮੂਨਿਆਂ ਦੀ ਗੱਲ ਕੀਤੀ ਜਾਏ, ਪ੍ਰਕਾਰਾਂ ਦੀ ਗੱਲ ਕੀਤੀ ਜਾਏ, ਤੇ 3 ਤਰ੍ਹਾਂ ਦੀ ਸੇਵਾ ਦਾ ਜ਼ਿਕਰ ਗੁਰਬਾਣੀ ਨੇ ਕੀਤਾ। ਮਹਾਰਾਜ ਜੀ ਕਹਿੰਦੇ ਨੇ ਇੱਕ ਸੇਵਾ ਗੁਰੂ ਦੀ। ਗੁਰੂ ਦੀ ਸੇਵਾ ਕਿਵੇਂ ਕਰੀਏ ਵੀ? गुरु की सेवा किवें कीती जाए? जेकर कोई देह शरीर होवे, इंसान उहदी सेवा विच कुछ भेटा चढ़ाए, कुछ उहदे लई करे, मुट्ठी चापी करे, भोजन खवाए, गुरु की सेवा किवें करिए? महाराज जी की पावन बाणी विचों ही सतगुरु जी दस रहे ने, गुर की सेवा शब्द विचार। गुरु की सेवा करनी है, शब्द की विचार कर लै, अपने आप गुरु की सेवा हो गई। अगली सेवा, सेवा का नमूना, सेवा का तरीका प्रकार है परमेश्वर की सेवा। गुरु की सेवा शब्द की विचार है। हुण
ਪਰਮੇਸ਼ਰ ਦੀ ਸੇਵਾ ਕਰਨੀ ਹੋਵੇ ਫਿਰ ਕਿਵੇਂ ਕੀਤੀ ਜਾਏ? ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਹਰੀ ਦੀ ਟਹਿਲ ਸੇਵਾ ਕਰਨੀ ਹੋਵੇ, ਉਹਦਾ ਨਾਮ ਜਪਣਾ ਹੀ ਉਹਦੀ ਸੇਵਾ। ਤੀਸਰਾ ਨਮੂਨਾ ਹੈ, ਤੀਸਰਾ ਪ੍ਰਕਾਰ ਹੈ ਸੰਸਾਰ ਦੇ ਵਿੱਚ ਸੇਵਾ, ਵਿਅਕਤੀ ਦੀ ਸੇਵਾ, ਦੂਜਿਆਂ ਦੀ ਭਲਾਈ ਦੇ ਕੰਮ ਕਰਨੇ, ਜਿਸ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹ ਲੁੜਾਈਐ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ 3 ਆਦਰਸ਼ ਹੋਰ ਦਿੱਤੇ ਸਨ। ਉਹ ਕਹਿੰਦੇ ਸਨ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਹਿੰਦੇ ਨੇ ਕਿਰਤੀ ਇਨਸਾਨ ਜਿਹੜਾ 10 ਨੌਆਂ ਦੀ ਕਿਰਤ ਕਰਦਾ ਨਾ, ਅਸਲ ਵਿੱਚ ਨਾਮ ਉਹੀ ਜਪ ਸਕਦਾ। ਨਾਮ ਜਪਣਾ ਕਿਰਤ ਤੋਂ, ਸੱਚੀ ਕਿਰਤ ਤੋਂ ਸ਼ੁਰੂ ਹੁੰਦਾ। ਜੇਕਰ ਕੋਈ ਕਹੇ ਪਹਿਲਾਂ ਮੈਂ ਨਾਮ ਜਪ ਲਵਾਂਗਾ ਬਾਅਦ ਵਿੱਚ ਆਪਣੀ ਕਿਰਤ ਸੱਚੀ ਬਣਾ ਲਵਾਂਗਾ, ਨਹੀਂ ਹੋ ਸਕਦਾ। ਕਿਉਂਕਿ ਸੱਚੀ ਕਿਰਤ ਹੀ ਜੈਸਾ ਅੰਨ ਤੈਸਾ ਮਨ, ਜਿਸ ਤਰ੍ਹਾਂ ਦਾ ਅੰਨ ਖਾਣਾ, ਜਿਸ ਤਰ੍ਹਾਂ ਦੀ ਕਿਰਤ ਕਰਨੀ ਹੈ, ਉਸੇ ਤਰ੍ਹਾਂ ਦਾ ਇਹ ਮਨ ਬਣ ਜਾਣਾ। ਪਹਿਲਾਂ ਕਿਰਤ ਕਰਨੀ ਹੈ 10 ਨੌਆਂ ਦੀ, ਫਿਰ ਨਾਮ ਜਪਣਾ ਹੈ। ਨਾਮ ਜਪੋ ਮੇਰੇ ਸਾਜਨ ਸੈਨਾ, ਫਿਰ ਤੀਸਰਾ ਵੰਡ ਕੇ ਛਕਣਾ। ਕਿਰਤ ਵਿੱਚੋਂ ਆਪ ਵੀ ਛਕਣਾ, ਦੂਜਿਆਂ ਨੂੰ ਵੀ ਛਕਾਉਣਾ, ਜਿਸ ਨੂੰ ਮਹਾਰਾਜ ਜੀ ਨੇ ਕਿਹਾ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਵੈ, ਘਾਲ ਖਾਏ ਇੱਕ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰਸਿੱਖੀ ਦਾ ਰਾਹ ਹੈ, ਨਮੂਨਾ ਹੈ ਸੇਵਾ ਕਰਨੀ। ਲੰਗਰ ਦੀ ਸੇਵਾ, ਭੁੱਖੇ ਨੂੰ ਭੋਜਨ ਛਕਾਉਣਾ, ਬੜੀ ਉੱਤਮ ਸੇਵਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੇ 20 ਰੁਪਇਆਂ ਦਾ ਭੋਜਨ ਰਮਤੇ ਸਾਧੂਆਂ ਨੂੰ, ਉਹਨਾਂ ਸਾਧੂਆਂ ਨੂੰ ਖਵਾਇਆ ਸੀ। ਯਾਦ ਰੱਖਣਾ, ਭੁੱਖੇ ਸਾਧੂਆਂ ਨੂੰ ਉਹ ਨਹੀਂ ਜਿਹੜੇ ਢਿੱਡ ਕੱਢ ਕੱਢ ਕੇ ਬੈਠੇ ਸਨ, ਉਹਨਾਂ ਨੂੰ ਨਹੀਂ, ਉਹਨਾਂ ਨੂੰ ਭੋਜਨ ਛਕਾਇਆ ਸੀ ਜਿਹੜੇ ਦੁਨੀਆ ਦੇ ਵਿੱਚ ਦੁਨੀਆ ਨੂੰ ਸਿੱਧੇ ਰਾਹ ਤੇ ਪਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਸਨ, ਉਹਨਾਂ ਨੂੰ ਭੋਜਨ ਛਕਾਇਆ ਸੀ। ਤੇ ਜਿਹੜੇ ਐਸੇ ਰਾਹ ਤੇ ਤੁਰਨ ਵਾਲੇ ਨੇ, ਉਹਨਾਂ ਨੂੰ ਰਮਤੇ ਸਾਧੂ ਉਸ ਵਕਤ ਕਿਹਾ ਜਾਂਦਾ ਸੀ, ਜਿਹੜੇ ਦੂਰ ਦਰਾਡੇ ਥਾਂ ਤੇ ਜਾ ਕੇ ਦੱਸਦੇ ਸਨ ਵੀ ਜੀਵਨ ਦਾ ਅਸਲੀ ਰਾਹ ਤਰੀਕਾ ਇਹ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ, ਉਹਨਾਂ ਦੇ ਵਿਚਾਰ ਸੁਣੇ, ਵਿਚਾਰ ਦਿੱਤੇ, ਨਾਲ ਭੋਜਨ ਦੀ, ਲੰਗਰ ਦੀ ਸੇਵਾ ਵੀ ਕੀਤੀ। 20 ਰੁਪਇਆਂ ਦਾ ਉਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੇਖੀਏ, ਭਾਈ ਸੱਤੇ ਤੇ ਭਾਈ ਬਲਵੰਡ ਜੀ ਦੀ ਵਾਰ ਗੁਰਬਾਣੀ ਵਿੱਚ ਦਰਜ ਹੈ। 3 ਗੁਰਸਿੱਖਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਮਿਲੇਗੀ। ਇੱਕ ਹੈ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਇਕੱਠੀ ਵਾਰ ਹੈ। ਤੀਸਰਾ ਹੈ ਭਾਈ ਸੁੰਦਰ ਜੀ ਦੇ ਬੋਲ, ਜਿਹਨੂੰ ਰਾਮਕਲੀ ਸੱਧ ਕਿਹਾ ਜਾਂਦਾ ਹੈ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਆਪਣੀ ਵਾਰ ਵਿੱਚ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਮਹਿਲ ਲੰਗਰ ਦੇ ਵਿੱਚ ਖੀਰ ਬਣਾਉਂਦੇ ਸਨ ਤੇ ਵਿੱਚ ਘਿਓ ਪਾ ਪਾ ਕੇ ਵੰਡਦੇ ਸਨ। ਅੱਜ ਕਈ ਥਾਵਾਂ ਤੇ ਮੈਂ ਸੁਣਿਆ ਉਹ ਕਹਿੰਦੇ ਨੇ ਲੰਗਰ ਦਾਲ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਵੀ ਦਾਲ ਦਾ ਪ੍ਰਸ਼ਾਦੇ ਦਾ ਹੀ ਲੰਗਰ ਆ, ਬਾਕੀ ਲੰਗਰ ਥੋੜੀ ਹੈ। ਮਾਤਾ ਖੀਵੀ ਜੀ ਆਪਣੇ ਜੀਵਨ ਦੇ ਵਿੱਚ ਲੰਗਰ ਵਿੱਚ ਖੀਰਾਂ ਬਣਾਉਂਦੇ, ਵਿੱਚ ਘਿਓ ਪਾ ਪਾ ਕੇ ਛਕਾਉਂਦੇ। ਕਿਉਂ ਛਕਾਉਂਦੇ? ਵੀ ਗੁਰਸਿੱਖ ਸਰੀਰਕ ਤੌਰ ਤੇ ਵੀ ਤੰਦਰੁਸਤ ਰਹੇ, ਚੜ੍ਹਦੀ ਕਲਾ ਵਿੱਚ ਰਹੇ, ਢਹਿੰਦੀ ਕਲਾ ਵਿੱਚ ਨਾ ਚਲਾ ਜਾਏ। ਕਿਸੇ ਤਰ੍ਹਾਂ ਦਾ ਵੀ ਭੋਜਨ, ਕਿਸੇ ਤਰ੍ਹਾਂ ਦਾ ਵੀ ਪਦਾਰਥ ਜਿਹੜਾ ਖਾਣ ਯੋਗ ਹੋਵੇ, ਲੰਗਰ ਦੇ ਵਿੱਚ ਵਰਤਾਇਆ ਜਾ ਸਕਦਾ ਹੋਵੇ, ਉਹਨੂੰ ਲੰਗਰ ਦੇ ਵਿੱਚ ਵਰਤਾਇਆ ਜਾ ਸਕਦਾ। ਕਿਸੇ ਤਰ੍ਹਾਂ ਦਾ ਭਰਮ ਨਹੀਂ ਕਰਨਾ। ਖੈਰ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੇਖਿਆ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੇਖਿਆ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਝਾਕੀ ਹੋਰ। ਅਕਬਰ ਬਾਦਸ਼ਾਹ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ, ਆ ਕੇ ਕਹਿੰਦਾ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਕਹਿੰਦੇ ਨਹੀਂ ਹੋ ਸਕਦੇ। ਪੁੱਛਿਆ ਕਿਉਂ? ਕਹਿੰਦਾ ਪਹਿਲਾਂ ਪੰਗਤ ਫੇਰ ਸੰਗਤ, ਪਹਿਲਾਂ ਪੰਗਤ ਵਿੱਚ ਜਾਓ, ਜਾ ਕੇ ਪ੍ਰਸ਼ਾਦਾ ਛਕੋ। ਇਹਦਾ ਕਾਰਨ ਕੀ ਸੀ? ਕਿਉਂ ਕਿਹਾ? ਕਿਉਂਕਿ ਇਨਸਾਨ ਹਮੇਸ਼ਾ ਜਾਤ ਪਾਤ, ਊਚ ਨੀਚ, ਛੂਆ ਛੂਤ ਕਰਕੇ ਲੰਗਰ ਦੇ ਵਿੱਚ ਬੈਠ ਕੇ ਇੱਕ ਥਾਂ ਤੇ ਪ੍ਰਸ਼ਾਦਾ ਨਹੀਂ ਸੀ ਸਕਦਾ। ਉਸ ਸਮੇਂ ਰਾਜਾ ਹੋਵੇ, ਨਾਲ ਉਹਦੀ ਪਰਜਾ ਹੋਵੇ, ਕਿਵੇਂ ਬੈਠੇ? ਉਹ ਕਹਿੰਦਾ ਮੈਂ ਰਾਜਾ, ਇਹ ਪਰਜਾ ਹੈ, ਮੈਂ ਅਮੀਰ ਹਾਂ, ਗਰੀਬ ਹੈ, ਕਿਵੇਂ ਬੈਠੀ? ਜਦੋਂ ਜਾ ਕੇ ਅਕਬਰ ਜਿਹੜਾ ਸਹਿਣਸ਼ੀਲਤਾ ਵਾਲਾ ਰਾਜਾ ਸੀ, ਜਾ ਕੇ ਬੈਠਿਆ ਪੰਗਤ ਵਿੱਚ, ਪ੍ਰਸ਼ਾਦਾ ਛਕਿਆ, ਤੇ ਜਦੋਂ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਗਦਗਦ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਕਹਿਣ ਲੱਗਾ ਮਹਾਰਾਜ ਕੁਝ ਜਗੀਰ ਮੈਂ ਲੰਗਰ ਦੇ ਨਾਂ ਤੇ ਲਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਨਹੀਂ ਲੱਗ ਸਕਦੀ।
ਪੁੱਛਿਆ ਕਿਉਂ ਨਹੀਂ ਲੱਗ ਸਕਦੀ? ਕਹਿੰਦੇ ਇਸ ਕਰਕੇ ਕਿ ਲੰਗਰ ਕਿਸੇ ਇੱਕ ਦਾ ਨਹੀਂ ਹੋ ਸਕਦਾ, ਇਹ ਸਭ ਦਾ ਸਾਂਝਾ। ਇਹ ਪ੍ਰਥਾ ਉਦੋਂ ਤੋਂ ਚੱਲੀ ਆਉਂਦੀ ਹੈ, ਲੰਗਰ ਸਭ ਦਾ ਸਾਂਝਾ। ਮਹਾਰਾਜ ਜੀ ਨੇ ਜਗੀਰ ਲੈਣ ਤੋਂ ਨਾ ਕਰ ਦਿੱਤੀ, ਕਿਉਂਕਿ ਇੱਕ ਆਦਰਸ਼, ਇੱਕ ਪੂਰਨਾ ਪਾਉਣਾ ਸੀ ਕਿ ਲੰਗਰ ਦੀ ਸੇਵਾ ਕਿਵੇਂ ਹੋ ਸਕਦੀ ਹੈ। ਜਿਹੜੀ ਸੇਵਾ ਬਾਬਾ ਨਿਧਾਨ ਸਿੰਘ ਜੀ ਨੇ ਜੀਵਨ ਵਿੱਚ ਕਰ ਵਿਖਾਈ, ਕਿਸੇ ਇੱਕ ਦੇ ਲੰਗਰ ਦੀ ਨਹੀਂ, ਕਿਸੇ ਇੱਕ ਦੀ ਸੇਵਾ ਨਹੀਂ, ਪੂਰੇ ਪੰਜਾਬ, ਪੂਰੇ ਵਰਲਡ ਭਰ ਦੇ ਵਿੱਚੋਂ ਉੱਥੇ ਅੱਜ ਵੀ ਰਸਤਾਂ ਬੱਸਾਂ ਜਾਂਦੀਆਂ ਨੇ। ਲੰਗਰ ਸਾਹਿਬ ਗੁਰਦੁਆਰਾ ਬੜੀ ਮਹਾਨਤਾ ਰੱਖਦਾ ਹੈ। ਉੱਥੇ ਅੱਜ ਵੀ ਸੰਗਤਾਂ ਦੂਰ ਦਰਾਡੇ ਥਾਵਾਂ ਤੋਂ ਸੇਵਾ ਭੇਜਦੀਆਂ ਨੇ, ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਨੇ, ਤੇ ਜਿਹੜੀਆਂ ਸੰਗਤਾਂ ਉਹਦੇ ਦਰਸ਼ਨਾਂ ਨੂੰ ਜਾਂਦੀਆਂ ਨੇ ਉਹਨਾਂ ਦੇ ਲਈ ਉਹ ਪ੍ਰਸ਼ਾਦਾ ਪਾਣੀ ਪੱਕਦਾ। ਕਾਰਨ ਇਹ ਹੈ, ਇੱਕ ਆਦਰਸ਼, ਇੱਕ ਨਮੂਨਾ ਸਤਿਗੁਰੂ ਜੀ ਨੇ ਰੱਖਿਆ ਕਿ ਲੰਗਰ ਦੀ ਸੇਵਾ ਕਿਸੇ ਇੱਕ ਦੀ ਨਹੀਂ ਹੋ ਸਕਦੀ, ਇਹ ਸਭ ਦੀ ਸਾਂਝੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੇਖੀਏ, ਸਾਖੀ ਬੜੀ ਵਾਰ ਸੁਣੀ ਆਪ ਜੀ ਨੇ, ਮੈਂ ਜ਼ਿਕਰ ਨਹੀਂ ਕਰਨਾ, ਮੈਂ ਕੇਵਲ ਉਹਦੇ ਵਿੱਚੋਂ ਇੱਕ ਪਾਸਾ ਲੈਣਾ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਂਦੇ ਨੇ। ਇਹ ਕਿਸੇ ਇੱਕ ਦਿਨ ਦਾ ਕੰਮ ਨਹੀਂ ਕਿ ਇੱਕੋ ਦਿਨ ਗਏ। ਸਾਖੀਕਾਰ ਇੰਝ ਹੀ ਲਿਖਦਾ ਹੁੰਦਾ ਵੀ ਇੱਕੋ ਦਿਨ ਗਏ, ਮੁੜ ਕੇ ਕਦੇ ਗਏ ਹੀ ਨਹੀਂ। ਮਾਤਾ ਗੰਗਾ ਜੀ ਰੋਜ਼ ਦੇ ਰੋਜ਼ ਬਜ਼ੁਰਗਾਂ ਦੀ ਸੇਵਾ ਵਿੱਚ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਂਦੇ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਂਦੇ ਹੋਣਗੇ। ਇਤਨੀ ਸੇਵਾ, ਮਹਾਨ ਸੇਵਾ। ਕਹਿੰਦੇ ਨੇ ਜਿਹੜਾ ਆਪਣੇ ਬਾਪੂ ਨੂੰ ਨਹੀਂ ਨਾ ਖਵਾ ਸਕਦਾ, ਸੰਸਾਰ ਦੇ ਵਿੱਚ ਭਾਵੇਂ ਕਿੰਨੇ ਲੰਗਰ ਲਾ ਲਵੇ, ਸਭ ਵਿਅਰਥ ਹੈ। ਪਹਿਲਾਂ ਮਾਂ ਪਿਓ ਨੂੰ ਭੋਜਨ ਛਕਾਓ, ਫਿਰ ਲੰਗਰਾਂ ਦੇ ਵਿੱਚ ਸੇਵਾ ਪਾਓ, ਸਫਲ ਹੋਵੇਗੀ। ਇਹ ਹੈ ਸੇਵਾ ਦਾ ਇੱਕ ਨਮੂਨਾ ਪੇਸ਼ ਕਰਨਾ ਵੀ ਸੇਵਾ ਕਿੰਝ ਹੋ ਸਕਦੀ ਹੈ। ਇਹ ਆਪਣੇ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਘਰ ਤੋਂ, ਆਪਣੇ ਨਗਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਅਸੀਂ ਕੀ ਕਹਿੰਦੇ ਹਾਂ? ਕਹਿੰਦੇ ਜੇ ਮੈਂ ਕੇਸਗੜ੍ਹ ਸਾਹਿਬ ਨਹੀਂ ਗਿਆ ਤੇ ਫਿਰ ਸੇਵਾ ਕਾਹਦੀ ਕੀਤੀ? ਵੀ ਪਹਿਲਾਂ ਆਪਣੇ ਗੁਰੂ ਘਰ ਤੇ ਸੇਵਾ ਕਰ ਲੈ, ਇੱਥੇ ਆ ਕੇ ਤੂੰ ਸੇਵਾ ਕਰ, ਇੱਥੇ ਆ ਕੇ ਦੂਜਿਆਂ ਦੀ ਭਲਾਈ ਦੇ ਸੋਚ ਕੰਮ, ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦੇ, ਕਿਸੇ ਗਰੀਬ ਦੀ ਬੇਟੀ ਦਾ ਵਿਆਹ ਕਰਾ ਦੇ, ਇਹੀ ਸੇਵਾ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਸੰਸਾਰ ਦੇ ਵਿੱਚ ਸੇਵਾ ਨੂੰ ਇਤਨਾ ਵੱਡਾ ਕਰਕੇ ਬਣਾ ਲਵੇਗਾ, ਜੀਵਨ ਉਹਦਾ ਸਫਲ ਹੋ ਜਾਏਗਾ। ਬਾਬਾ ਨਿਧਾਨ ਸਿੰਘ ਜੀ ਨੇ ਕੀਤਾ ਨਾ, ਉਹਨਾਂ ਨੇ ਜਿੱਥੇ ਲੰਗਰ ਦੇ ਵਿੱਚ ਸੇਵਾ ਚਲਾਈਆਂ, ਲੰਗਰ ਦੀ ਸੇਵਾ ਬਹੁਤ ਵੱਡੇ ਪੱਧਰ ਤੇ ਚਲਾਈ। ਉੱਥੇ ਉਹਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਹਾਇਤਾ ਕੀਤੀ, ਗੁਰਦੁਆਰਿਆਂ ਦੀ ਵੀ ਸੇਵਾ ਕੀਤੀ। ਉੱਥੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਵਿੱਚੋਂ ਪੜ੍ਹਦੇ ਹਾਂ, ਪੰਜਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਦੋਂ ਨੀਂਹ ਪੱਥਰ ਰੱਖਿਆ ਜਾਣ ਸੀ, ਉਦੋਂ 5 ਪਿਆਰਿਆਂ ਵਿੱਚ ਬਾਬਾ ਜੀ ਦੀ ਸੇਵਾ ਵੀ ਲੱਗੀ ਸੀ। ਇਹ ਮਹਾਨ ਉੱਤਮ ਆਤਮਾ ਐਵੇਂ ਨਹੀਂ ਹੈ। ਜੇਕਰ ਸਿੱਖਾਂ ਦੇ ਜੀਵਨ ਵਿੱਚ ਵੇਖਿਆ ਜਾਏ ਤਾਂ ਪਤਾ ਚੱਲਦਾ ਭਾਈ ਮੰਝ ਜੀ ਨੇ ਕਿਵੇਂ ਸੇਵਾ ਕੀਤੀ ਲੰਗਰਾਂ ਦੀ। ਖੂਹ ਦੇ ਵਿੱਚ ਡਿੱਗ ਪਏ, ਮਹਾਰਾਜ ਸਤਿਗੁਰੂ ਧੰਨ ਗੁਰੂ ਸਾਹਿਬ ਪਾਤਸ਼ਾਹ ਜੀ ਗਏ, ਕਹਿੰਦੇ ਭਾਈ ਮੰਝ ਜੀ ਉੱਪਰ ਆ ਜਾਓ। ਕਹਿੰਦੇ ਨਹੀਂ, ਪਹਿਲਾਂ ਲੱਕੜਾਂ ਬਾਹਰ ਕੱਢੋ, ਫਿਰ ਮੈਂ ਬਾਹਰ ਆਵਾਂਗਾ। 7ਵੇਂ ਪਾਤਸ਼ਾਹ ਜੀ ਦੇ ਵੇਲੇ ਭਾਈ ਫੇਰੂ ਸਾਹਿਬ ਜੀ ਨੇ ਸੇਵਾ ਕੀਤੀ ਲੰਗਰਾਂ ਦੀ। ਜਿਹੜਾ ਲੰਗਰ ਦੀ ਸੇਵਾ ਕਰਦਾ, ਭੁੱਖੇ ਨੂੰ ਭੋਜਨ ਛਕਾਉਣਾ ਸਭ ਤੋਂ ਉੱਤਮ ਸੇਵਾ ਹੈ। ਰਹਿੰਦੀ ਵਿਚਾਰ ਕਰਦੇ ਆਓ, ਪਹਿਲਾਂ ਸ਼ਬਦ ਦੇ ਨਾਲ ਜੁੜੋ ਜੀ। ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ। ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ, ਸੰਤਨ ਕਾ ਸਦਕਾ। ਸਤਿਗੁਰ ਠਾਕ ਲਿਆ, ਸਤਿਗੁਰ ਠਾਕ ਲਿਆ, ਸਤਿਗੁਰ ਠਾਕ ਲਿਆ, ਸਤਿਗੁਰ ਠਾਕ ਲਿਆ। ਮੋਹਿ ਪਾਪੀ ਪੜਦਾ, ਮੋਹਿ ਪਾਪੀ ਪੜਦਾ,
निर्गुण राख लिया, निर्गुण राख लिया, संतन का सदका, संतन का सदका। ताकन हारे प्रभु हमारे, ताकन हारे प्रभु हमारे, जी प्राण सुख दाते, जी प्राण सुख दाते, अविनाशी अवगत स्वामी, अविनाशी अवगत स्वामी, पूरन पुरख विधाते, पूरन पुरख विधाते, निर्गुण राख लिया, निर्गुण राख लिया, संतन का सदका, संतन का सदका, सतगुर ढाक लिया, सतगुर ढाक लिया, सतगुर ढाक लिया, सतगुर ढाक लिया, मोहे पापी पड़दा, मोहे पापी पड़दा, निर्गुण राख लिया, निर्गुण राख लिया, संतन का सदका, संतन का सदका। उस्तत कहन न जाए तुम्हारी, उस्तत कहन न जाए तुम्हारी, कौन कहे तू कद का, कौन कहे तू कद का, उस्तत कहन न जाए तुम्हारी, उस्तत कहन न जाए तुम्हारी, कौन कहे तू कद का, कौन कहे तू कद का, नानक दास ताकै बलिहारी, नानक दास ताकै बलिहारी, मिलै नाम हर निम का, मिलै नाम हर निम का, निर्गुण राख लिया, निर्गुण राख लिया, निर्गुण राख लिया, निर्गुण राख लिया, संतन का सदका, संतन का सदका, सतगुर ढाक लिया, सतगुर ढाक लिया, सतगुर ढाक लिया, सतगुर ढाक लिया, मोहे
ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਤਮ ਰਸ ਜੇ ਜਾਣਿਆ, ਸਹਿਜੇ ਹਰ ਰੰਗ ਮਾਨ। ਨਾਨਕ ਧਨ 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 ਜਨ ਆਏ ਤੇ ਪ੍ਰਵਾਨ। ਉਹ ਜਨ ਸੰਸਾਰ ਤੇ ਆਉਣੇ ਪ੍ਰਵਾਨ ਚੜ੍ਹਦੇ ਨੇ ਜਿਹੜੇ ਪਹਿਲਾਂ ਅੰਤਰਾਤਮੇ ਦਾ ਰਸ ਮਾਣ ਲੈਂਦੇ ਨੇ, ਪਰਮੇਸ਼ਰ ਦਾ ਰਸ ਮਾਣ ਲੈਂਦੇ ਨੇ, ਫਿਰ ਸੰਸਾਰ ਵਿੱਚ ਸੇਵਾ ਦਾ ਰਸ ਮਾਣ ਲੈਂਦੇ ਨੇ। ਜਿਨ੍ਹਾਂ ਦਾ ਮਨ ਮਾਲਕ ਦੇ ਨਾਲ ਭਿੱਜ ਜਾਂਦਾ, ਮਾਲਕ ਉਹਨਾਂ ਤੇ ਮਿਹਰਬਾਨ ਹੋ ਜਾਂਦਾ। ਦੁਰਯੋਧਨ ਜਿਹੜਾ ਅਮੀਰ ਸੀ, ਬਿਦਰ ਜਿਹੜਾ ਗਰੀਬ ਸੀ। ਸ਼੍ਰੀ ਕ੍ਰਿਸ਼ਨ ਜੀ ਬਿਦਰ ਦੇ ਘਰ ਆ ਗਏ, ਦੁਰਯੋਧਨ ਦੇ ਘਰ ਨਹੀਂ ਗਏ। ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਮੇਰੇ ਕੋਲ ਕੀ ਨਹੀਂ ਸੀ ਤੇ ਬਿਦਰ ਕੋਲ ਕੀ ਸੀ, ਜਿਹੜਾ ਬਿਦਰ ਦੇ ਘਰ, ਗਰੀਬ ਦੇ ਘਰ, ਉਹਦੀ ਝੁੱਗੀ ਵਿੱਚ ਚਲੇ ਗਏ। ਭੀਸ਼ਮ ਜੀ, ਦਰੋਣਾ ਜੀ, ਸਾਰੇ ਵੱਡੇ ਵੱਡੇ ਮਨੁੱਖ ਸਨ, ਉਹਨਾਂ ਨੂੰ ਛੱਡ ਕੇ ਇੱਕ ਬਿਦਰ ਗਰੀਬ ਜਿਹੇ ਬੰਦੇ ਦੇ ਘਰ ਚਲੇ ਗਏ। ਏਦਾਂ ਹੀ ਆ ਨਾ ਸੰਸਾਰ ਦੇ ਵਿੱਚ, ਜੇ ਸਮੇਂ ਦੇ ਵਿੱਚ ਮੁਤਾਬਕ ਵੇਖਿਆ ਜਾਏ ਨਾ, ਕੋਈ ਨਾਮਵਰ ਬੰਦਾ ਕਿਸੇ ਗਰੀਬ ਦੇ ਘਰ ਚਲ ਜਾਏ, ਵੀਰਾਂ ਨੂੰ ਵਕਤ ਪੈ ਜਾਂਦਾ ਵੀ ਹੁਣ ਸਾਡੀ ਸ਼ਾਮਤ ਆਉਣ ਵਾਲੀ ਹੈ, ਵੀ ਹੁਣ ਗਰੀਬਾਂ ਵਾਲੇ ਪਾਸੇ ਹੋ ਗਿਆ, ਹੁਣ ਅਸੀਂ ਨਹੀਂ ਬਚਦੇ। ਹਾਲਾਂਕਿ ਗੱਲ ਤੇ ਮਨ ਦੀ ਹੈ, ਗੱਲ ਤੇ ਦਿਲ ਦੀ ਹੈ, ਗੱਲ ਤੇ ਅੰਤਰਾਤਮੇ ਦੇ ਜੁੜਾਉ ਦੀ ਹੈ। ਗੱਲ ਅਮੀਰ ਗਰੀਬ ਧਨ ਪੈਸੇ ਦੀ ਨਹੀਂ ਹੈ। ਜਿਸ ਨੂੰ ਜਿਸ ਨਾਲ ਜੋੜ ਹੈ ਉਸ ਥਾਂ ਤੇ ਜਾਂਦਾ ਹੈ। ਅਮੀਰ ਗਰੀਬ ਧਨ ਆਦਿਕ ਦਾ ਕੋਈ ਫਰਕ ਨਹੀਂ ਹੁੰਦਾ। ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਜੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ, ਵੱਡੇ ਮਨੁੱਖਾ ਝੁੰਗੀ ਜਾ ਬੁਲਾਇਨ, ਸਭਨਾ ਦੇ ਜੀ ਅੰਦਰ ਧੁੱਖਾ। ਭਗਵਾਨ ਜੀ ਕੀ ਬੋਲਦੇ ਨੇ? ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ, ਤੈਨੂੰ ਮੈਂ ਦੱਸਾਂ ਗੱਲ ਕੀ ਹੈ। ਤੇਰੇ ਭਾਉ ਨਾ ਦਿਸਈ, ਤੇਰੇ ਅੰਦਰ ਮੈਨੂੰ ਉਹ ਟਿਕਾਊ ਨਹੀਂ ਦਿਸਦਾ ਜਿਹਦੇ ਤੇ ਮੈਂ ਖੁਸ਼ ਹੋਣਾ। ਮਾਲਕ ਵੀ ਇਹੀ ਕਹਿੰਦਾ, ਸਤਿਗੁਰੂ ਵੀ ਇਹੀ ਕਹਿੰਦੇ ਨੇ। ਸਿੱਖ ਆ ਕੇ ਨਮਸਕਾਰ ਕਰਦਾ, ਕਹਿੰਦਾ ਪਾਤਸ਼ਾਹ ਮੈਂ ਇੱਥੇ ਆਇਆ, ਤੁਸੀਂ ਖੁਸ਼ ਨਹੀਂ ਹੋਏ। ਪਾਤਸ਼ਾਹ ਜੀ ਕਹਿੰਦੇ ਤੇਰੇ ਅੰਦਰ ਉਹ ਟਿਕਾਊ ਨਹੀਂ ਦਿਸਦਾ ਜਿਹਦੇ ਤੇ ਮੈਂ ਮਿਹਰਬਾਨ ਹੋਣਾ, ਜਿਹਦੇ ਤੇ ਮੈਂ ਖੁਸ਼ ਹੋਣਾ। ਤੇਰਾ ਭਾਉ ਨਾ ਦਿਸਈ, ਮੇਰੇ ਨਾਹੀ ਆਪਦਾ ਦੁੱਖਾ। ਭਾਉ ਜਿਵੇਂ ਹਾ ਬਿਦਰ ਦੇ, ਜਿਹੜਾ ਪ੍ਰੇਮ ਬਿਦਰ ਦੇ ਮਨ ਵਿੱਚ ਹੈ ਨਾ, ਉਹ ਬਾਕੀਆਂ ਦੇ ਮਨ ਵਿੱਚ ਨਹੀਂ ਹੈ। ਭਾਉ ਜਿਵੇਂ ਹਾ ਬਿਦਰ ਦੇ, ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਜਿਹੜਾ ਮਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਉਤਾਵਲਾ ਹੋਇਆ ਪਿਆ ਹੋਵੇ, ਉਸ ਮਨ ਤੇ ਹੀ ਗੁਰੂ ਪਾਤਸ਼ਾਹ ਜੀ ਮੇਰਾ ਕਰਨਗੇ। ਧੰਨ ਗੁਰੂ ਕਲਗੀ ਵਾਲੇ ਦੀਆਂ ਮੇਰਾ ਉਸ ਮਨ ਤੇ ਹੀ ਹੋਣਗੀਆਂ। ਜੇ ਤਾਂਗ ਨਾ ਹੋਵੇ ਤੇ ਮਿਲਾਪ ਕਦੇ ਨਹੀਂ ਹੋ ਸਕਦਾ। ਤਾਂਗ ਦੇ ਵਿੱਚੋਂ ਮਿਲਾਪ ਦਾ ਰਾਹ ਪੈਦਾ ਹੁੰਦਾ। ਇਤਿਹਾਸਕਾਰ ਨੇ ਲਿਖਿਆ, ਬਾਬਾ ਨਿਧਾਨ ਸਿੰਘ ਜੀ ਨੂੰ 2 ਵਾਰੀ ਗੁਰੂ ਕਲਗੀਧਰ ਦੇ ਦਰਸ਼ਨ ਹੋਏ। ਇੱਕ ਮਹਾਂਪੁਰਸ਼ ਨੂੰ ਇੱਕ ਗੁਰਸਿੱਖ ਵੀਰ ਆ ਕੇ ਕਹਿਣ ਲੱਗਾ ਵੀ ਮੈਂ ਸੁਣਿਆ ਤੁਹਾਨੂੰ ਬਾਰ-ਬਾਰ ਕਈ ਵਾਰਾਂ ਸਤਿਗੁਰੂ ਦੇ ਦਰਸ਼ਨ ਹੋਏ ਨੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ, ਮੈਨੂੰ ਵੀ ਕਰਾ ਦਿਓ। ਉਹ ਕਹਿੰਦੇ ਆ ਜਾ ਸਿੱਖਾ, ਕਹਿੰਦੇ ਆ ਪ੍ਰਕਾਸ਼ ਸਥਾਨ ਤੇ ਚੱਲਦੇ ਆ, ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲਦੇ ਆ। ਚਲੇ ਗਏ, ਕਹਿੰਦੇ ਜਾ ਕੇ ਮਹਾਰਾਜ ਜੀ ਦੀ ਬਾਣੀ ਪੜ੍ਹ। ਬੈਠ ਗਿਆ, ਬਾਣੀ ਪੜ੍ਹਨ ਲੱਗਾ, ਆਪ ਸਾਹਮਣੇ ਬੈਠ ਗਏ, ਬਾਣੀ ਸੁਣਨ ਲੱਗ ਪਏ। ਗੁਰਸਿੱਖ ਬਾਣੀ ਸਮਾਪਤ ਕਰਕੇ ਉਰੰਤਾ ਤੇ ਵਾਪਸ ਆਇਆ, ਆ ਕੇ ਕਹਿਣ ਲੱਗਾ ਮੈਨੂੰ ਅਜੇ ਵੀ ਨਹੀਂ ਦਰਸ਼ਨ ਹੋਏ। ਕਹਿਣ ਲੱਗਾ ਮਹਾਂਪੁਰਸ਼ੋ ਤੁਹਾਨੂੰ ਹੋਏ? ਕਹਿੰਦੇ ਹਾਂ ਮੈਨੂੰ ਹੋ ਗਏ। ਕਹਿੰਦੇ ਮੈਨੂੰ ਨਹੀਂ ਹੋਏ। ਕਹਿੰਦੇ ਜੇਕਰ ਤੈਨੂੰ ਬਾਣੀ ਦੇ ਵਿੱਚੋਂ ਗੁਰੂ ਦੇ ਦਰਸ਼ਨ ਨਹੀਂ ਨਾ ਹੋ ਰਹੇ, ਫਿਰ ਕਦੇ ਵੀ ਨਹੀਂ ਹੋ ਸਕਦੇ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਹੀ ਅਸਲ ਵਿੱਚ ਗੁਰੂ ਦੇ ਦਰਸ਼ਨ ਨੇ। ਗੁਰਮੁਖਾਂ ਨੂੰ, ਮਹਾਂਪੁਰਸ਼ਾਂ ਨੂੰ ਤਾਂ 2 ਵਾਰ ਨਹੀਂ, ਉਹ ਤਾਂ ਹਜ਼ਾਰਾਂ ਵਾਰ ਪੂਰੀ ਜ਼ਿੰਦਗੀ ਜਿਉਂਦਿਆਂ ਹਰ ਰੋਜ਼ ਸਤਿਗੁਰੂ ਦੇ ਦਰਸ਼ਨ ਪਏ ਕਰਦੇ ਨੇ। ਉਹ ਤੇ ਹਰ ਰੋਜ਼ ਜੁੜੇ ਹੋਏ ਰਹਿੰਦੇ ਨੇ।
ਬਾਬਾ ਨਿਧਾਨ ਸਿੰਘ ਜੀ ਜਿਹੜੇ ਅੰਤਰਾਤਮੇ ਜੁੜੇ ਨੇ, ਉਹਨਾਂ ਨੂੰ ਤੇ ਹਰ ਰੋਜ਼ ਸਤਿਗੁਰ ਦੇ ਦਰਸ਼ਨ ਹੁੰਦੇ ਹੋਣਗੇ। ਉਹ ਤੇ ਹਰ ਰੋਜ਼ ਬਾਣੀ ਨਾਲ ਸਾਂਝ ਪਾਉਂਦੇ ਹੋਣਗੇ। ਬਾਣੀ ਨਾਲ ਸਾਂਝ ਪਾਓ, ਵੇਖੋ ਸਤਿਗੁਰ ਦੇ ਦਰਸ਼ਨ ਕਿਵੇਂ ਨਹੀਂ ਹੋਣਗੇ। ਇੱਕ ਵਾਰ ਇੱਕ ਗੁਰਸਖਵੀਰ ਨੇ ਬਹੁਤ ਸੋਹਣਾ ਕਿਹਾ। ਉਹ ਕਹਿੰਦਾ, ਜਦ ਮੈਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਕੋਈ ਸ਼ਬਦ ਪੜ੍ਹਦੇ ਹਾਂ ਨਾ, ਮੈਨੂੰ ਇੰਜ ਲੱਗਦਾ ਜਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੇਰੇ ਸਾਹਮਣੇ ਹੋਣ। ਜੇ ਮੈਂ ਅੱਜ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਪੜ੍ਹੇ, ਮੈਨੂੰ ਇੰਜ ਪ੍ਰਤੀਤ ਹੁੰਦਾ ਅੱਜ ਗੁਰੂ ਅੰਗਦ ਸਾਹਿਬ ਮੇਰੇ ਸਾਹਮਣੇ ਨੇ। ਕਹਿੰਦਾ, ਜੇ ਮੈਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 52 ਬਾਣੀ ਪੜ੍ਹਦਾ, ਮੈਨੂੰ ਲੱਗਦਾ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਸਾਹਮਣੇ ਨੇ। ਜਿਹੜੇ ਗੁਰੂ ਦੀ ਬਾਣੀ ਪੜ੍ਹਦਾ, ਮੈਨੂੰ ਉਹੀ ਗੁਰੂ ਦੇ ਦਰਸ਼ਨ ਹੁੰਦੇ ਨੇ। ਇਸ 10 ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਇੱਕ ਮਹਾਰਾਜ ਜੀ ਨੇ ਇਤਨਾ ਵੱਡਾ ਸਰੋਵਰ ਤਿਆਰ ਕੀਤਾ। ਜਿਹੜੇ ਗੁਰੂ ਦੇ ਮਰਜ਼ੀ ਦਰਸ਼ਨ ਕਰ ਲਓ, ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਕਰੋ, ਗੁਰੂ ਨਾਨਕ ਦੇ ਦਰਸ਼ਨ ਕਰੋ, ਬਾਣੀ ਪੜ੍ਹੋ ਤੇ ਸਹੀ ਸਤਿਗੁਰੂ ਦੇ ਦਰਸ਼ਨ ਹੋਣਗੇ। ਪਿੰਡ ਨਡਾਲੋਂ ਦੀ ਉਹ ਧਰਤੀ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੀ ਉਹ ਧਰਤੀ 1882 ਦੇ ਵਿੱਚ ਜਿਹੜੀ ਸਫਲ ਹੋਈ। ਜਿਸ ਥਾਂ ਤੇ ਗੁਰਮੁਖ ਪੈਦਾ ਹੁੰਦੇ ਨੇ, ਉਹ ਥਾਂ ਪਵਿੱਤਰ ਹੋ ਜਾਂਦੀ ਹੈ। ਪਾਤਸ਼ਾਹ ਜੀ ਨੇ ਬਾਣੀ ਵਿੱਚ ਮੰਨਿਆ, ਮੈਂ ਨਹੀਂ ਕਹਿੰਦਾ। ਮਹਾਰਾਜ ਜੀ ਕਹਿੰਦੇ ਨੇ, ਇੱਕ ਪਾਵਨ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਇੱਕ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਸ਼ਬਦ ਆਪ ਜੀ ਨੇ ਸੁਣਿਆ। ਲਾਹੌਰ ਸ਼ਹਿਰ ਬੁਰਾਈਆਂ ਦਾ ਘਰ ਹੈ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ। ਅਗਲੇ ਸ਼ਲੋਕ ਦੇ ਵਿੱਚ ਹੀ ਗੁਰਬਾਣੀ ਦਾ ਇੱਕ ਤਰੀਕਾ, ਜਿੱਥੇ ਕੋਈ ਸਿਧਾਂਤ ਪੂਰਨ ਤੌਰ ਤੇ ਸਪਸ਼ਟ ਨਹੀਂ ਨਾ ਹੋ ਰਿਹਾ, ਉਸ ਥਾਂ ਨੂੰ, ਉਸ ਚੀਜ਼ ਨੂੰ ਸਪਸ਼ਟ ਕਰਨ ਵਾਸਤੇ ਦੂਸਰੇ ਗੁਰੂ ਪਾਤਸ਼ਾਹ ਜੀ ਨੇ, ਜੇ ਭਗਤ ਬਾਣੀ ਵਿੱਚ ਭਗਤਾਂ ਦੇ ਸ਼ਲੋਕਾਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਸ਼ਲੋਕ ਨਾਲ ਅੰਕਿਤ ਕਰ ਦਿੱਤੇ ਕਿ ਸਿਧਾਂਤ ਪੂਰੀ ਤਰ੍ਹਾਂ ਸਪਸ਼ਟ ਹੋ ਜਾਏ, ਪਤਾ ਲੱਗ ਜਾਏ ਗੱਲ ਕੀ ਹੈ। ਮਹਾਰਾਜ ਜੀ ਦੇ ਪਾਵਨ ਸ਼ਲੋਕ, ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਹੈ, ਤਿੰਨ ਤਨ ਰਤ ਨਾ ਹੋਏ, ਇਹ ਆਖਰੀ ਇੱਕ ਪੰਕਤੀ ਹੈ। ਤੇ ਅੱਗੇ ਮਹਾਰਾਜ ਜੀ ਨੇ ਕਿਹਾ, ਤਿੰਨ ਤਨ ਲੋਭ ਰਤ ਨਾ ਹੋਏ। ਵੀ ਰਤ ਨਾ ਹੋਏ ਦਾ ਮਤਲਬ ਇਹ ਨਹੀਂ ਕਿ ਸਰੀਰ ਵਿੱਚ ਖੂਨ ਹੀ ਨਹੀਂ ਹੈ, ਲੋਭ ਵਾਲਾ ਖੂਨ ਨਾ ਹੋਵੇ, ਲੋਭ ਨਾ ਹੋਵੇ। ਉਸ ਚੀਜ਼ ਨੂੰ ਸਪਸ਼ਟ ਕਰਨ ਵਾਸਤੇ ਪਾਤਸ਼ਾਹ ਜੀ ਨੇ ਅਗਲੇ ਸ਼ਲੋਕ ਵਿੱਚ ਨਾਲ ਇੱਕ ਪੂਰਾ ਸ਼ਲੋਕ ਅੰਕਿਤ ਕੀਤਾ ਕਿ ਗੱਲ ਦੀ ਸਮਝ ਆਵੇ। ਇਸੇ ਤਰ੍ਹਾਂ ਨਾਲ ਲਾਹੌਰ ਸ਼ਹਿਰ ਜ਼ਹਿਰ ਕਰ ਸਵਾ ਪੈਰ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼ਲੋਕ ਹੈ। ਅਗਲਾ ਸ਼ਲੋਕ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਸ਼ਹਿਰ ਅੰਮ੍ਰਿਤਸਰ ਕਿਵੇਂ ਬਣ ਗਿਆ? ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਤੇ ਅੰਮ੍ਰਿਤਸਰ ਹਜੇ ਹੋਂਦ ਵਿੱਚ ਹੀ ਨਹੀਂ ਸੀ ਆਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੇਲੇ ਇਸ ਅੰਮ੍ਰਿਤਸਰ ਸ਼ਹਿਰ ਦਾ ਨਾਮ ਚੱਕ ਰਾਮਦਾਸਪੁਰਾ ਸੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਪੂਰਾ ਸ਼ਹਿਰ ਨਾਲ ਵਸਾਇਆ, ਨਾਲ ਦਰਬਾਰ ਸਾਹਿਬ ਵਸਾਇਆ, ਉਸ ਵੇਲੇ ਤੋਂ ਬਾਅਦ ਵਿੱਚ ਇਸ ਦਾ ਨਾਂ ਅੰਮ੍ਰਿਤਸਰ, ਅੰਮ੍ਰਿਤ ਸਰੋਵਰ ਦੇ ਨਾਂ ਤੇ ਪ੍ਰਗਟ ਹੋਇਆ। ਫਿਰ ਇੱਥੇ ਅੰਮ੍ਰਿਤਸਰ ਦਾ ਮਤਲਬ ਕਿਤੇ ਇਹ ਨਾ ਲੈ ਲਿਓ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਾਂਗ ਬਹੁਤ ਚੰਗਾ ਬਣ ਗਿਆ, ਵੀ ਪਵਿੱਤਰ ਥਾਂ ਹੋ ਗਈ। ਨਹੀਂ, ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤਸਰ ਹੈ ਅੰਮ੍ਰਿਤ ਦਾ ਸਰੋਵਰ, ਭਾਵ ਪਵਿੱਤਰ ਜਗ੍ਹਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਕਿਉਂ ਕਹਿਣਾ ਪਿਆ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਗੱਲ ਦਾ ਉੱਤਰ ਦਿੱਤਾ ਬੜਾ ਸੋਹਣਾ। ਉਹ ਕਹਿੰਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੇਖਿਆ ਲਾਹੌਰ ਦੇ ਵਿੱਚ ਬੜੀਆਂ ਕੁਰੀਤੀਆਂ ਨੇ, ਉਹਨਾਂ ਨੇ ਇਹ ਸ਼ਲੋਕ ਦਰਜ ਕੀਤਾ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗੁਰੂ ਰਾਮਦਾਸ ਪਾਤਸ਼ਾਹ ਜੀ ਆਏ, ਜਿਹੜੇ ਚੂਨਾ ਮੰਡੀ ਲਾਹੌਰ ਵਿੱਚ ਪੈਦਾ ਹੋਏ, ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਕਹਿਣੀ ਪਈ ਵੀ ਹੁਣ ਲਾਹੌਰ ਸ਼ਹਿਰ ਕੁਰੀਤੀਆਂ ਦਾ ਥਾਂ ਨਹੀਂ ਰਿਹਾ, ਹੁਣ ਉਹ ਪਵਿੱਤਰ ਨਗਰ ਬਣ ਗਿਆ। ਲਾਹੌਰ ਸ਼ਹਿਰ ਅੰਮ੍ਰਿਤਸਰ ਪਵਿੱਤਰ ਥਾਂ, ਪਵਿੱਤਰ ਜਗ੍ਹਾ ਹੋ ਗਈ ਹੈ। ਗੁਰਮੁਖ ਪਿਆਰੇ ਦੇ ਭਗਤ ਜਨ ਦੇ ਸੰਸਾਰ ਵਿੱਚ ਆਉਣ ਵਾਲੀ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਬਾਣੀ ਨੇ ਮੰਨਿਆ। ਪਿੰਡ ਨਡਾਲੋਂ ਦੀ ਉਹ ਧਰਤੀ ਵੀ ਪਵਿੱਤਰ ਹੋ ਗਈ, ਜਿੱਥੇ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਸ਼ ਪੈਦਾ ਹੋਏ। ਪਿਤਾ ਪੁਰਖੀ ਕਿੱਤੇ ਨੂੰ ਕੰਮ ਕੀਤਾ, ਖੇਤੀਬਾੜੀ ਕੀਤੀ, ਪਸ਼ੂ ਚਰਾਏ, ਫੌਜ ਵਿੱਚ ਭਰਤੀ ਹੋਏ। ਤੇ ਪਿਆਰੇ ਦੀ ਤਾਂਘ ਵਿੱਚ ਜੇ ਤਾਂਘ ਹੋਵੇ ਤੇ ਰੱਬ ਸਵੱਬ ਆਪਣੇ ਆਪ ਬਣਾ ਦਿੰਦਾ। ਇੱਕ ਗੱਲ ਮੈਂ ਵਿੱਚੋਂ ਕਹਿਣੀ ਭੁੱਲ ਗਿਆ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕੋਈ ਵੇਖਦਾ ਨਾ, ਉਹ ਕਹਿੰਦਾ ਇਹ ਕੇਵਲ ਅੱਖਰ ਨਹੀਂ। ਕਿਸੇ ਦੇ ਲਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇਵਲ ਅੱਖਰ ਹੀ ਨੇ, ਉਹ ਕਹਿੰਦਾ ਅੱਖਰ ਹੀ ਨੇ, ਹੋਰ ਕੁਝ ਵੀ ਨਹੀਂ। ਕੋਈ ਕਹਿੰਦਾ ਗਿਆਨ ਹੈ, ਇਹਦੇ ਵਿੱਚੋਂ ਬਹੁਤ ਸਾਰਾ ਸੰਸਾਰ ਦਾ ਗਿਆਨ ਮਿਲਦਾ। ਕੋਈ ਕਹਿੰਦਾ ਇਹ ਬ੍ਰਹਮ ਗਿਆਨ ਹੈ, ਕੋਈ ਕਹਿੰਦਾ ਇਹ ਬ੍ਰਹਮ ਗਿਆਨ ਹੈ, ਤੇ ਕੋਈ ਕਹਿੰਦਾ ਇਹ ਭਗਵਾਨ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚੋਂ ਜਿਹੜਾ ਭਗਵਾਨ ਦੀ ਪ੍ਰਾਪਤੀ ਕਰਨੀ ਚਾਹੇ ਭਗਵਾਨ ਮਿਲ ਜਾਏਗਾ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਚਾਹੇ ਬ੍ਰਹਮ ਗਿਆਨ ਮਿਲ ਜਾਏਗਾ, ਸੰਸਾਰ ਦਾ ਗਿਆਨ ਪ੍ਰਾਪਤ ਕਰਨਾ ਚਾਹੇ ਉਹ ਵੀ ਮਿਲਦਾ। ਪਰ ਸਭ ਤੋਂ ਉੱਤਮ ਹੈ ਇਸ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚੋਂ ਭਗਵਾਨ ਦੇ ਦਰਸ਼ਨ ਹੋਣ, ਭਗਵਾਨ ਮਿਲ ਜਾਏ, ਪਰਮੇਸ਼ਰ। ਬਾਬਾ ਨਿਧਾਨ ਸਿੰਘ ਜੀ ਨੇ ਤੱਕਿਆ, ਬਾਣੀ ਪੜ੍ਹੀ, ਪਿਆਰ ਕੀਤਾ ਬਾਣੀ ਨਾਲ, ਤੰਗ ਪੈਦਾ ਹੋਈ। ਜਦੋਂ ਸੰਗਤਾਂ ਹਜ਼ੂਰ ਸਾਹਿਬ ਚੱਲੀਆਂ, ਨੌਕਰੀ ਛੱਡ ਕੇ ਨਾਲ ਤੁਰ ਪਏ। ਬੜਾ ਮੁਸ਼ਕਲ ਕੰਮ ਹੈ ਵੀ ਇਹ, ਬੜਾ ਮੁਸ਼ਕਲ ਕੰਮ ਹੈ। ਆਪਣਾ ਕਾਰੋਬਾਰ ਛੱਡ ਕੇ ਕਹਿਣਾ ਮੈਂ ਕਾਰੋਬਾਰ ਨਹੀਂ ਕਰਨਾ, ਹੁਣ ਮੈਂ ਗੁਰੂਦੁਆਰੇ ਜਾਣਾ, ਉੱਥੇ ਜਾ ਕੇ ਸੇਵਾ ਕਰਨੀ ਹੈ, ਬੜਾ ਮੁਸ਼ਕਲ ਹੈ। ਵੇਖ ਲਓ, ਆਪਣੇ ਆਪਣੇ ਜੀਵਨ ਵਿੱਚ ਹੱਥ ਪਾ ਲਓ। ਇੱਕ ਦਿਨ ਹਫ਼ਤੇ ਵਿੱਚ ਅਸੀਂ ਕੱਢਣਾ ਹੁੰਦਾ ਹੈ ਨਾ, ਉਹ ਵੀ ਬੜੀ ਮੁਸ਼ਕਲ ਜੀ ਦੇ ਨਾਲ ਕੱਢਦੇ ਆ, ਬੜੀ ਮੁਸ਼ਕਲ ਜੀ ਦੇ ਨਾਲ। ਵੀ ਅੱਜ ਐਤਵਾਰ ਹੈ, ਅੱਜ ਹਫ਼ਤਾਵਾਰੀ ਸਮਾਗਮ ਹੈ, ਗੁਰੂ ਘਰ ਵਿੱਚ ਪਹੁੰਚਣਾ। ਸ਼ਰਧਾ ਹੋਵੇ ਨਾ ਤੇ ਸ਼ਰਧਾਵਾਨ ਹਰ ਰੋਜ਼ ਪਹੁੰਚ ਸਕਦਾ। ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਕਿਹਾ, ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਗੁਰਸਿੱਖ ਮੰਜ਼ਲਾਂ ਮਾਰ ਕੇ ਝੱਖੜ ਹਨੇਰੀ ਮੀਂਹ ਦੀ ਪਰਵਾਹ ਨਾ ਕਰਕੇ ਵੀ ਪਹੁੰਚ ਜਾਂਦਾ ਹੈ। ਜਿਹਨੂੰ ਤਾਂਘ ਹੋਵੇ ਪਿਆਰੇ ਦੀ, ਉਹ ਫਿਰ ਕਹਿੰਦਾ ਮੈਂ ਸੰਸਾਰ ਦੇ ਵਿਅਕਤੀਆਂ ਦੀ ਨੌਕਰੀ ਨਹੀਂ ਕਰਨੀ, ਹੁਣ ਮੈਂ ਗੁਰੂ ਕੀ ਨੌਕਰੀ ਕਰਨੀ ਹੈ। ਇੱਕ ਵਾਰੀ ਮੈਨੂੰ ਚੇਤੇ ਆਉਂਦਾ, ਇੱਕ ਬੀਬੀ ਨੇ ਮੈਨੂੰ ਸਵਾਲ ਕੀਤਾ, ਜਦੋਂ ਮੈਂ ਕਿਤੇ ਅਚਾਨਕ ਗੱਲ ਕਰ ਦਿੱਤੀ ਨਾ ਕਿ ਮੈਂ ਇਤਨਾ ਕੁ ਪੜ੍ਹਿਆ, ਮੈਂ ਐਜੂਕੇਸ਼ਨ ਲਈ ਆ, ਇੰਨੇ ਕੋਰਸ ਕੀਤੇ ਨੇ। ਉਹ ਕਹਿੰਦੀ ਬਾਬਾ ਜੀ ਇਤਨਾ ਕੁਝ ਕਰਕੇ ਤੇ ਫਿਰ ਆਹੀ ਕੰਮ ਲੱਭਾ। ਉਹ ਕਹਿੰਦੀ ਇਤਨਾ ਕੁਝ ਪੜ੍ਹੇ ਲਿਖੇ, ਇਹ ਕੁਝ ਕਰ ਆਹੀ ਕੰਮ ਲੱਭਾ। ਤੇ ਮੇਰਾ ਜਵਾਬ ਸੀ, ਮੈਂ ਕਿਹਾ ਬੀਬਾ ਵੀ ਮੈਂ ਸੰਸਾਰ ਦੇ ਵਿੱਚ ਸਾਰੇ ਕੰਮ ਫਰੋਲ ਲਏ ਨੇ, ਮੈਂ ਸੰਸਾਰ ਦੀਆਂ ਸਾਰੀਆਂ ਨੌਕਰੀਆਂ ਫਰੋਲ ਲਈਆਂ, ਮੈਨੂੰ ਸਭ ਤੋਂ ਉੱਤਮ ਨੌਕਰੀ ਉੱਤਮ ਕੰਮ ਇਹੀ ਲੱਗਾ, ਇਸੇ ਕਰਕੇ ਮੈਂ ਇਸੇ ਕੰਮ ਵਿੱਚ ਪਿਆ ਵਾਂ। ਹੋਰ ਕੋਈ ਕੰਮ, ਹੋਰ ਕੋਈ ਨੌਕਰੀ ਮੈਨੂੰ ਇਹਦੇ ਤੋਂ ਉੱਤਮ ਨਹੀਂ ਲੱਗਦੀ। ਜਿਹਨੂੰ ਪਿਆਰੇ ਦੀ ਤਾਂਘ ਹੋਵੇ ਨਾ, ਉਹ ਪਿਆਰੇ ਦੇ ਘਰ ਜਾਣ ਵਾਸਤੇ ਤੁਰ ਪੈਂਦਾ ਹੈ। ਤੁਰੇ ਪਹੁੰਚੇ, ਬੁੰਗਾ ਸਾਧੂ ਸਿੰਘ ਦੇ ਸਥਾਨ ਤੇ ਜਾ ਕੇ ਡੇਰੇ ਲਾ ਲਏ, ਜਲ ਦੀ ਸੇਵਾ, ਭੁਨੇ ਛੋਲਿਆਂ ਦੀ ਸੇਵਾ ਵਿੱਚ ਲੱਗ ਪਏ। ਲੰਗਰ ਚੱਲ ਪਏ। ਜਿੱਥੇ ਲੰਗਰ ਚੱਲਦਾ, ਸੰਗਤਾਂ ਤੇ ਕਾਮ ਧੇਨ ਗਊ ਨੇ, ਤੋੜ ਨਹੀਂ ਆਉਣ ਦਿੰਦੀਆਂ, ਲੰਗਰ ਦੇ ਭੰਡਾਰੇ ਲੱਗ ਗਏ। ਕਹਿੰਦੇ ਨੇ ਚੰਗੇ ਰਾਹ ਤੇ ਤੁਰਦਿਆਂ ਨੂੰ ਸਲਾਉਣ ਵਾਲੇ ਘੱਟ ਤੇ ਰੁਕਾਵਟ ਪਾਉਣ ਵਾਲੇ ਜ਼ਿਆਦਾ ਹੁੰਦੇ ਨੇ। ਇਹ ਗੱਲ ਸੰਸਾਰ ਦੇ ਵਿੱਚ ਪੂਰਨ ਸੱਚ ਹੈ। ਚੰਗੇ ਰਾਹ ਤੇ ਤੁਰਦਿਆਂ ਨੂੰ ਹਟਾਉਣ ਵਾਲੇ ਜ਼ਿਆਦਾ ਹੋਣਗੇ ਤੇ ਸ਼ਾਬਾਸ਼ੀ ਦੇਣ ਵਾਲੇ ਘੱਟ ਹੋਣਗੇ। ਕਈਆਂ ਨੇ ਬੁਰਾ ਭਲਾ ਆਖਿਆ, ਬਾਬਾ ਨਿਧਾਨ ਸਿੰਘ ਜੀ ਨਾ ਹਟੇ, ਉਹ ਡਟੇ ਰਹੇ, ਉਹ ਡਟੇ ਰਹੇ। ਤੇ ਫਿਰ ਜਦੋਂ ਇਨਸਾਨ ਗੁਰੂ ਵਾਲੇ ਪਾਸੇ ਚੱਲਦਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਐਸਾ ਇਤਿਹਾਸਕਾਰ ਨੇ ਲਿਖਿਆ। ਉਹ ਕਹਿੰਦੇ ਨੇ ਬਾਬਾ ਨਿਧਾਨ ਸਿੰਘ ਜੀ ਜਿੱਥੇ ਲੰਗਰ ਵਰਤਾਉਂਦੇ ਸਨ, ਬਾਹਰ ਜੇਕਰ ਕੋਈ ਜਾਨਵਰ ਵੀ ਆ ਜਾਏ ਨਾ, ਉਹਨੂੰ ਵੀ ਲੰਗਰ ਪਾਉਂਦੇ ਸਨ। ਸੋ ਮੈਂ ਬਹੁਤਾ ਸਮਾਂ ਨਾ ਲਾਵਾਂ, ਅਖੀਰ ਵਿੱਚ ਬਾਬਾ ਨਿਧਾਨ ਸਿੰਘ ਜੀ 4 ਅਗਸਤ 1947 ਨੂੰ ਪਰਮਾਤਮਾ ਦੇ ਵਿੱਚ ਇੱਕ ਜੋਤ ਹੋ ਗਏ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਸਾਰਥਕ ਹੋ ਗਏ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਢਾਈਐ। ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਸਰਵਣ ਕਰੋ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ
ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਵਾਹਿਗੁਰੂ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸੈਕਟਰੀ ਸਾਹਿਬ ਦੇ ਪਾਸੋਂ ਵਿਚਾਰ ਸਰਵਣ ਕਰੀਏ। ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਜਾਪ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀ ਨਡਾਲੋਂ ਦੀ ਸਿੱਖ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ, ਸਾਰੇ ਸੰਸਾਰ ਦੇ ਵਿੱਚ ਉਹਨਾਂ ਲੋਕਾਂ ਨੂੰ ਲੋਕ ਯਾਦ ਕਰਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਚੰਗੇ ਕਾਰਜ ਕੀਤੇ ਹੋਣ। ਗੁਰਸਿੱਖੀ ਦਾ ਜੋ ਮੁੱਢਲਾ ਰੂਪ ਹੈ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਨੇ ਆਉਣ ਜਾਣ ਵਾਲੇ ਲੋਕਾਂ ਦੇ ਵਾਸਤੇ ਕੀਤੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕ ਸਫ਼ਰ ਕਰਿਆ ਕਰਦੇ ਸਨ ਤੇ ਬਾਹਰ ਉਪਰੀ ਜਗ੍ਹਾ 'ਤੇ ਕਿਸੇ ਨੇ ਜੇ ਠਹਿਰਨਾ ਤੇ ਕਈ ਲੋਕ ਉਹਨਾਂ ਦਾ ਸਮਾਨ ਹੋਰ ਵੀ ਲੁੱਟ ਖੋਹ ਲੋਕਾਂ ਨੂੰ ਬੇਇੱਜ਼ਤ ਕਰਿਆ ਕਰਦੇ ਸਨ। ਸੋ ਹਿੰਦੁਸਤਾਨ ਦੇ ਲੋਕਾਂ ਨੇ ਧਾਰਮਿਕ ਅਦਾਰੇ ਕਾਇਮ ਕੀਤੇ ਜਿੱਥੇ ਆਉਣ ਜਾਣ ਵਾਲੇ ਹਰ ਧਰਮ ਦੇ ਲੋਕ, ਹਰ ਧਰਮਾਂ ਦੇ ਲੋਕਾਂ ਨੇ ਉਹਨਾਂ ਦੇ ਰਹਿਣ ਸਹਿਣ ਦੇ ਵਾਸਤੇ ਜਗ੍ਹਾ ਬਣਾਈ, ਉਹਨਾਂ ਦੇ ਇਸ਼ਨਾਨ ਦਾ ਪ੍ਰਬੰਧ ਕੀਤਾ, ਉਹਨਾਂ ਦੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਲੋਕ ਵੀ ਜਦੋਂ ਮੱਥਾ ਟੇਕਣ ਜਾਂਦੇ ਨੇ, ਪੁਰਾਣੇ ਜ਼ਮਾਨਿਆਂ ਦੇ ਵਿੱਚ, ਅੱਜ ਕੱਲ੍ਹ ਤਾਂ ਸਾਧਨ ਬੜੇ ਹੋ ਗਏ ਨੇ, ਪੁਰਾਣੇ ਜ਼ਮਾਨਿਆਂ ਦੇ ਲੋਕ ਗੱਡਿਆਂ 'ਤੇ, ਸਾਈਕਲਾਂ 'ਤੇ ਤੁਰ ਕੇ, ਘੋੜਿਆਂ 'ਤੇ ਜਾਇਆ ਕਰਦੇ ਸਨ ਤੇ ਉਹਨਾਂ ਦੇ
ਪਹੁੰਚਣ ਤੱਕ ਲੋਕ ਅੱਖ ਤੱਕ ਵੀ ਜਾਂਦੇ ਸਨ, ਸਰੀਰਕ ਤੌਰ 'ਤੇ ਲਿਬੜ ਵੀ ਜਾਂਦੇ ਸਨ। ਅਤੇ ਉਹਨਾਂ ਦੇ ਇਸ਼ਨਾਨ ਦੇ ਵਾਸਤੇ ਉੱਥੇ ਗੁਰੂ ਕੇ ਸਰੋਵਰ ਬਣਾਏ ਗਏ। ਬਾਅਦ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਫਿਰ ਜਾ ਕੇ ਗੁਰਬਾਣੀ ਵਿਚਾਰਾਂ ਦੇ ਨਾਲ ਸੰਗਤਾਂ ਜੁੜਿਆ ਕਰਦੀਆਂ ਸਨ। ਸੋ ਬਾਬਾ ਜੀ ਉਹਨਾਂ ਨੇ ਬੜੀ ਕਠਿਨ ਸੇਵਾ ਕਰਕੇ ਲੋਕਾਂ ਦੀ ਸੇਵਾ ਸੰਭਾਲ ਕੀਤੀ ਹੈ। ਕਈ ਵਾਰ ਗਿਆਨੀ ਜੀ ਉਹਨਾਂ ਨੇ ਜਿੱਦਾਂ ਪਹਿਲਾਂ ਦੱਸਿਆ, ਸਾਡੇ ਮਨ ਦੇ ਵਿੱਚ ਹੋ ਜਾਂਦਾ ਜੀ ਜਿਹੜਾ ਲੰਗਰ ਹੈ ਇਕੱਲਾ ਦਾਲ ਦਾ ਹੀ ਹੋਣਾ ਚਾਹੀਦਾ, ਸੁੱਕੀਆਂ ਰੋਟੀਆਂ ਖਾ ਕਰਕੇ ਜੀਵਨ ਬਤੀਤ ਨਹੀਂ ਕੀਤਾ ਜਾ ਸਕਦਾ। ਗੁਰੂ ਪਾਤਸ਼ਾਹ ਨੇ ਸਿੱਖ ਨੂੰ ਬੜਾ ਵਧੀਆ ਜੀਵਨ ਬਤੀਤ ਕਰਨ ਵਾਸਤੇ ਆਖਿਆ। ਇਹ ਨਹੀਂ ਵੀ ਐਵੇਂ ਟੱਠੀ ਜੀ ਪੱਗ, ਪਾਟੇ ਜਿਹੇ ਲੀੜੇ ਪਾ ਕੇ ਝੱਲਾ ਜਿਹਾ ਬਣ ਕੇ ਤੁਰਿਆ ਫਿਰੇ, ਇਹ ਸਿੱਖ ਦੀ ਪਰਿਭਾਸ਼ਾ ਨਹੀਂ ਹੈ। ਸਾਹਮਣੇ ਰਾਗੀ ਸਿੰਘ ਬੈਠੇ ਨੇ, ਹੋਰ ਵੀ ਪ੍ਰਚਾਰਕ ਆਪਣੇ ਕੋਲ ਆਉਂਦੇ ਨੇ। ਇਹਨਾਂ ਨੇ ਪੱਗਾਂ ਬੱਧੀਆਂ, ਕੋਈ ਜਾਣ ਕੇ ਮੈਚਿੰਗ ਕਰਕੇ ਸੋਹਣੇ ਲੱਗਣ ਵਾਸਤੇ ਨਹੀਂ ਬੈਠੇ। ਇਹਨਾਂ ਨੂੰ ਕੀਰਤਨ ਸਿਖਾਉਣ ਤੋਂ ਪਹਿਲਾਂ ਇਹ ਸਿਖਾਇਆ ਗਿਆ ਵੀ ਭਾਈ ਤੁਸੀਂ ਦਸਤਾਰ ਕਿੱਦਾਂ ਸਜਾਉਣੀ ਹੈ, ਆਪਣੇ ਕੱਪੜੇ ਕਿੱਦਾਂ ਦੇ ਪਾਉਣੇ ਨੇ, ਕੱਪੜਾ ਸਾਫ ਸੁਥਰਾ ਹੋਣਾ ਚਾਹੀਦਾ। ਜਿਹੜੇ ਵੀਰ ਮਿਲਟਰੀ ਦੇ ਵਿੱਚ ਸੇਵਾ ਕੀਤੀ ਹੈ ਜਾਂ ਪੁਲਿਸ ਦੇ ਵਿੱਚ ਸੇਵਾ ਕਰਦੇ ਨੇ, ਉਹਨਾਂ ਨੂੰ ਪਹਿਲਾਂ ਕਹਿੰਦੇ ਭਾਈ ਤੇਰੀ ਜੁੱਤੀ ਐਵਰੀਡੇ ਪਾਲਿਸ਼ ਹੋਣੀ ਚਾਹੀਦੀ ਹੈ, ਤੇਰੀ ਯੂਨੀਫਾਰਮ ਸਾਫ ਸੁਥਰੀ ਹੋਣੀ ਚਾਹੀਦੀ ਹੈ, ਤੇਰੇ ਕੋਈ ਵੀ ਜਿਹੜਾ ਕੱਪੜਾ ਉਹਦਾ ਬਟਨ ਨਹੀਂ ਟੁੱਟਾ ਹੋਣਾ ਚਾਹੀਦਾ। ਇਹ ਪਹਿਲਾਂ ਰਹਿਣ ਸਹਿਣ ਫੌਜ ਦੇ ਵਿੱਚ ਵੀ ਸਿਖਾਇਆ ਜਾਂਦਾ ਅਤੇ ਗੁਰਮਤਿ ਦੇ ਵਿੱਚ ਵੀ ਸਿਖਾਇਆ ਜਾਂਦਾ। ਹਰ ਇਨਸਾਨ ਕੋ ਆਪਣੇ ਵਿੱਤ ਅਨੁਸਾਰ ਘਰ ਹੋਣਾ ਚਾਹੀਦਾ, ਸੋਹਣਾ ਲੀੜਾ ਕੱਪੜਾ ਹੋਣਾ ਚਾਹੀਦਾ, ਸੋਹਣਾ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਹੋਣਾ ਚਾਹੀਦਾ, ਅਤੇ ਚੜ੍ਹਨ ਦੇ ਵਾਸਤੇ ਸੋਹਣੀ ਸਵਾਰੀ ਹੋਣੀ ਚਾਹੀਦੀ ਹੈ। ਪਹਿਲਾਂ ਘੋੜੇ ਹੋਇਆ ਕਰਦੇ ਸਨ, ਅੱਜ ਕਾਰਾਂ ਨੇ। ਸੋ ਇਸ ਕਰਕੇ ਐਵੇਂ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੀ, ਆਹ ਨਹੀਂ ਖਾਣਾ ਚਾਹੀਦਾ, ਉਹ ਨਹੀਂ ਖਾਣਾ ਚਾਹੀਦਾ, ਆਹ ਨਹੀਂ ਪਹਿਨਣਾ ਚਾਹੀਦਾ। ਸਭ ਤੋਂ ਜੋ ਵੀ ਤੁਹਾਡੇ ਵਿੱਤ ਅਨੁਸਾਰ ਜਿਹੜੀ ਵੀ ਚੀਜ਼ ਤੁਹਾਡੇ ਕੋਲ ਤੁਹਾਨੂੰ ਮਿਲਦੀ ਹੈ ਵਿੱਤ ਅਨੁਸਾਰ, ਸਭ ਤੋਂ ਵਧੀਆ ਹੋਣੀ ਚਾਹੀਦੀ ਹੈ। ਘਰਾਂ ਦੇ ਵਿੱਚ ਇੰਡੀਆ ਵਿਆਹ ਹੋਇਆ ਕਰਦੇ ਸਨ, ਅਸੀਂ ਮੰਜੇ ਬਿਸਤਰੇ ਇਕੱਠੇ ਕਰਦੇ ਸਾਂ ਰਿਸ਼ਤੇਦਾਰਾਂ ਲਈ, ਅਤੇ ਹਰ ਘਰ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਮੰਜਾ ਬਿਸਤਰਾ ਹੁੰਦਾ ਸੀ ਉਹ ਦੂਸਰੇ ਘਰ ਭੇਜਿਆ ਜਾਂਦਾ ਸੀ। ਇਹ ਨਹੀਂ ਵੀ ਟੁੱਟਾ ਜਿਹਾ ਭੇਜ ਦੇਣਾ, ਨੋ, ਇਹ ਪੁਰਾਣੇ ਜਿਹੜੇ ਰਿਵਾਜ ਬਣੇ ਨੇ। ਸੋ ਇਸ ਕਰਕੇ ਸਿੱਖੀ ਦਾ ਵੀ ਕਨਸੈਪਟ ਇਹੀ ਹੈ ਵੀ ਸਿੱਖ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਇਹ ਮੈਂ ਇੱਕ ਦੋ ਬੇਨਤੀਆਂ ਤਾਂ ਕੀਤੀਆਂ ਨੇ ਕਿਉਂਕਿ ਨਗਰ ਕੀਰਤਨ ਸੰਗਤਾਂ ਨੇ ਪਿਛਲੇ ਕਈ ਸਾਲਾਂ ਤੋਂ ਕਿਹਾ ਵੀ ਆਪਾਂ ਕਲੋਨਾ ਵਿੱਚ ਨਗਰ ਕੀਰਤਨ ਹੋਣਾ 30 ਅਪ੍ਰੈਲ ਨੂੰ, ਉਹਦੇ ਵਾਸਤੇ ਮਾਇਆ ਦੀ ਜ਼ਰੂਰਤ ਹੈ, ਫਲੋਟ ਵੀ ਤਿਆਰ ਕਰਨਾ ਹੈ, ਹੋਰ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੇਵਾ। ਆਪਣੇ ਕਈ ਵੀਰ ਆਪਣਾ ਬਿਜ਼ਨਸ ਕਰਦੇ ਨੇ, ਕਈਆਂ ਕੋ ਪੀਜੇ ਨੇ, ਕਈਆਂ ਕੋ ਸਬਵੇਜ਼ ਨੇ, ਉਹਨਾਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ, ਸਾਨੂੰ ਇਕੱਲੇ ਨੂੰ ਬੇਨਤੀ ਨਾ ਕਰਨੀ ਪਵੇ। ਉਹ 5-7 ਜਾਣੇ ਉਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਹੈ, ਉਹ ਇੱਕ ਦੂਸਰੇ ਨਾਲ ਹੀ ਗੱਲ ਕਰਕੇ ਇੱਥੇ 10 ਵਜੇ ਤੱਕ ਜੋ ਵੀ ਕੋਈ ਫੂਡ ਉੱਥੋਂ ਆਪਣੇ ਰੈਸਟੋਰੈਂਟਾਂ ਦੇ ਵਿੱਚੋਂ ਕੁੱਕ ਕਰਕੇ ਇੱਥੇ ਲਿਆ ਸਕਦੇ ਨੇ, ਕਿਉਂਕਿ 10-12 ਹਜ਼ਾਰ ਦੀ ਤਕਰੀਬਨ ਸੰਗਤ ਹੋ ਜਾਂਦੀ ਹੈ। ਰਿਸੋਰਸਿਸ ਜਿਹੜੇ ਹੁੰਦੇ ਨੇ ਚਾਹ ਪਾਣੀ ਦੇ ਉਹ ਲਿਮਟਡ ਹੁੰਦੇ ਨੇ। ਸੋ ਇਸ ਕਰਕੇ ਜੇ ਪ੍ਰਸ਼ਾਦਾ ਪਾਣੀ ਵਾਧੂ ਹੋਵੇ ਤਾਂ ਬੜੀ ਚੰਗੀ ਗੱਲ ਹੈ। ਹੋਰ ਵੀ ਜੋ ਵੀ ਸਟਾਲ ਵਗੈਰਾ ਜਿਨ੍ਹਾਂ ਵੀਰਾਂ ਭੈਣਾਂ ਨੇ, ਪਰਿਵਾਰਾਂ ਨੇ ਘਰ ਦੇ ਅੱਗੇ ਜਾਂ ਗੁਰੂ ਘਰ ਦੇ ਵਿੱਚ ਟੈਂਟ ਲਾ ਕੇ ਕਰਨੇ ਨੇ, ਉਹ ਪ੍ਰਬੰਧਕ ਜਨ ਵੀਰਾਂ ਨੂੰ ਆਪਣੇ ਨਾਂ ਦੇ ਦੇਣ। ਸੋ ਆਪਾਂ ਕੋਈ ਵੀ ਘਰ ਦੇ ਵਿੱਚ ਜਦੋਂ ਕੋਈ ਪ੍ਰਾਹੁਣਾ ਆਉਂਦਾ, ਆਪਣਾ ਫਰਜ਼ ਬਣਦਾ ਉਹਨਾਂ ਦੀ ਸੇਵਾ ਸੰਭਾਲ ਕਰਨਾ। ਆਪਣੇ ਘਰਾਂ ਦੇ ਵਿੱਚ ਵੀ ਆਉਂਦੇ ਨੇ, ਇਹ ਵੀ ਗੁਰੂ ਦਾ ਘਰ ਹੈ, ਇੱਥੇ ਵੀ ਜਿੰਨੇ ਆਉਣਾ ਆਪਣਾ ਵੀ ਫਰਜ਼ ਬਣਦਾ ਆਪਾਂ ਵੱਧ ਤੋਂ ਵੱਧ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਾਰੇ ਹੀ ਵੱਧ ਤੋਂ ਵੱਧ ਸੇਵਾ ਕਰੀਏ। ਸੋ ਬਹੁਤਾ ਸਮਾਂ ਨਹੀਂ ਗਾ, 3 ਕੁ ਹਫ਼ਤੇ ਨੇ, ਕੰਮ ਬਹੁਤ ਜ਼ਿਆਦਾ ਨਗਰ ਕੀਰਤਨ ਦਾ। ਬੀਬੀਆਂ ਭੈਣਾਂ ਸਾਰੇ ਹੀ ਗੁਰੂ ਕੇ ਲੰਗਰਾਂ ਦੀ ਸੇਵਾ ਹਮੇਸ਼ਾ ਹੀ ਬੜੇ ਚਾਅ ਮਲਾਰ ਦੇ ਨਾਲ ਕਰਦੀਆਂ ਨੇ, ਅਤੇ ਉਹਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਹੈ, ਜਿੰਨਾ ਵੀ ਕੋਈ ਕਰ ਸਕਦਾ, ਕੋਈ ਜ਼ਰੂਰੀ ਨਹੀਂ ਹੈ ਹਰ ਥਾਂ ਪੈਸਾ ਹੀ ਦੇਣਾ, ਕਿਉਂਕਿ ਸੇਵਾ ਦੀ ਵੀ ਜ਼ਰੂਰਤ ਹੁੰਦੀ ਹੈ, ਵਾਲੰਟੀਅਰਸ ਦੀ ਲੋੜ ਹੈ। ਤਨ ਕਰਕੇ, ਮਨ ਕਰਕੇ, ਧਨ ਕਰਕੇ ਜਿੰਨੀ ਵੀ ਸੇਵਾ ਜ਼ਰੂਰ ਆਪਣੇ ਵੱਲੋਂ ਜੋ ਵੀ ਕੁਛ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ। ਇੱਕ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਨ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆ, ਸ਼ਬਦੋ ਨਾ ਗਾਵੋ ਹਰੀ ਕੇਰਾ ਮਨ ਜਨੀ ਵਸਾਇ। ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਨ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਨ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਆਏ ਵਡਿਆਈ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਕਾਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤਾਰ। ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰ, ਦੁਰ ਕਾਰਨ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੈ ਲਾਗ। ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜ, ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ। ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਇਸ ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਐਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ। ਤੁਮਰੀ ਗਾਤ ਮੈਂ ਤਾਂ ਤੁਮ ਹੀ ਜਾਣੀ, ਬੋਲਣਾ ਜੀ ਵਾਹਿਗੁਰੂ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਸਹਾਇ। ਅਰਜੁਨ ਹਰ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜੈਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ। ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਿਆਇਤ।
ਦੇਖ ਤੇਗ ਫਤਿਹ ਬਿਰਦ ਕੀ ਪੈਸ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੀਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਗੁਰਧਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ। ਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਦੇ ਯਾਦ ਵਿੱਚ ਪਾਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਉਪਰੰਤ ਭੋਗ ਪਏ ਮਹਾਰਾਜ। ਭੋਗ ਤੋਂ ਉਪਰੰਤ ਸ਼ਬਦ ਕੀਰਤਨ, ਗੁਰਮਤਿ ਵਿਚਾਰ, ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ ਜੀ, ਮਾਫ ਕਰਨੀਆਂ। ਗਾਹਾਂ ਤੋਂ ਮਨ ਚਿਤ ਇਕਾਗਰਤਾ ਸਹਿਤ ਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ, ਵਿਚਾਰਾਂ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ। ਪੜੀ ਸੁਣੀ ਬਾਣੀ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ। ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਨਾਮਦਾਨ, ਗੁਰਸਿੱਖੀ ਜੀਵਨ ਕਿਤ ਕਮਾਈਆਂ ਵਿੱਚ ਵਾਦੇ। ਸਭ ਦੀਆਂ ਭਾਵਨਾਵਾਂ ਪੂਰਨ ਕਰਨੀਆਂ। ਨਗਰ ਵਿੱਚ ਸੁਖ ਸ਼ਾਂਤੀ ਖੇੜਾ ਵਰਤਾਉਣਾ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਸਤਨਾਮ ਸਿੰਘ ਖੱਕ ਜੀ ਵੱਲੋਂ ਪ੍ਰਸ਼ਾਦ ਦੀ ਸੇਵਾ, ਸਰਦਾਰ ਭੁੱਲਾ ਸਿੰਘ ਕੰਦੋਲਾ ਵੱਲੋਂ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪ੍ਰਸ਼ਾਦ ਦੀ ਸੇਵਾ ਹੋਈ ਮਹਾਰਾਜ ਪ੍ਰਵਾਨ ਕਰਨੀ ਜਿਓ। ਸਭ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ। ਹੁਕਮਨਾਮਾ ਬਖਸ਼ਿਸ਼ ਕਰੋ, ਨਿਹਾਲ ਕਰੋ ਜੀ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ख्वारों सब मिलेंगे, शरण जो होए ख्वारों सब मिलेंगे। शरण जो होए बोले सो निहाल। श्री अकाल। वाहिगुरु जी का खालसा, वाहिगुरु जी की फतेह। श्री वाहिगुरु ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਸੁਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ।
ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ। ਡਿਗੇ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਨਕ ਵਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਹਿ ਚਲ ਕਰ ਬਾਂਧਿਓ, ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਹਿ ਚਲ ਕਰ ਬਾਂਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।